ਸਤਿ ਸ੍ਰੀ ਅਕਾਲ। ਤੁਸੀਂ ਲੋਕ ਰਣ ਚੈਨਲ ਪੰਜਾਬੀ ਦੇਖ ਰਹੇ ਹੋ। ਖਬਰਾਂ ਟੌਪ ਦੀਆਂ ਦੇ ਵਿੱਚ ਤੁਹਾਡਾ ਸਵਾਗਤ ਹੈ। ਟੌਪ ਦੀਆਂ ਖਬਰਾਂ ਉਹੀ ਜਿਹੜੀਆਂ ਅੱਜ ਪੰਜਾਬ ਦੇ ਵਿੱਚ ਚਰਚਾ ਵਿੱਚ ਨੇ, ਦੇਸ਼ ਵਿੱਚ ਚਰਚਾ ਵਿੱਚ ਨੇ। ਨਵਜੋਤ ਸਿੰਘ ਸਿੱਧੂ ਜਿਸ ਤਰੀਕੇ ਦੇ ਨਾਲ ਆਪਣੇ ਕਾਫਲੇ ਨੂੰ ਅੱਗੇ ਵਧਾਉਂਦੇ ਜਾ ਰਹੇ ਨੇ ਤੇ ਉਧਰਲੇ ਪਾਸੇ ਪਾਰਲੀਮੈਂਟ ਦਾ ਸੈਸ਼ਨ ਵੀ ਸ਼ੁਰੂ ਹੋ ਚੁੱਕਿਆ ਹੈ। ਪ੍ਰਧਾਨ ਮੰਤਰੀ ਮੋਦੀ ਜਾਂ ਕਹਿ ਲਓ ਕਿ ਮੋਦੀ ਸਰਕਾਰ ਉਧਰ ਬੈਕਫੁੱਟ ਤੇ ਨਜ਼ਰ ਆ ਰਹੀ ਹੈ। ਇਧਰੋਂ ਸਿੱਧੂ ਦਾ ਰੱਥ ਚੱਲ ਪਿਆ ਤੇ ਉਧਰ ਮੋਦੀ ਦਾ ਰੱਥ ਜਿਹੜਾ ਉਹ ਬੈਕ ਹੁੰਦਾ ਨਜ਼ਰ ਆ ਰਿਹਾ ਹੈ। ਇਹਦੇ ਵਿਚਾਲੇ ਕਿਸਾਨੀ ਅੰਦੋਲਨ ਵੀ ਖੜਿਆ। ਕੈਪਟਨ ਸਾਹਿਬ ਦੇ ਅਫਸਰਾਂ ਦੇ ਉੱਤੇ, ਕੈਪਟਨ ਸਾਹਿਬ ਦੇ ਨਾਲ ਜਿਹੜੀ ਅਫਸਰਸ਼ਾਹੀ ਹੈ, ਉਹਨਾਂ ਦੇ ਸਲਾਹਕਾਰ ਨੇ ਕੀ ਉਹਨਾਂ ਨੂੰ ਗਲਤ ਸਲਾਹਾਂ ਦਿੰਦੇ ਰਹੇ ਨੇ। ਸੁਖ ਸਰਕਾਰੀਆ ਹੋਣੀ ਜਿਹੜੇ ਕੈਪਟਨ ਸਾਹਿਬ ਦੇ ਕਿਸੇ ਵੇਲੇ ਕਰੀਬੀ ਰਹੇ, ਤਕਰੀਬਨ ਸਾਰੇ ਹੀ ਕਰੀਬੀ ਜਿਹੜੇ ਨੇ ਅਫਸਰਸ਼ਾਹੀ ਦੇ ਸਵਾਲ ਚੁੱਕਦੇ ਨੇ। ਹੁਣ ਸੁਖ ਸਰਕਾਰੀਆ ਵੀ ਸਾਹਮਣੇ ਆਏ ਨੇ। ਇਸ ਸਭ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ। ਮੇਰੇ ਨਾਲ ਸਿਆਸੀ ਮਾਹਰ ਡਾਕਟਰ ਭੀਮਿੰਦਰ ਸਿੰਘ ਮੌਜੂਦ ਨੇ। ਡਾਕਟਰ ਸਾਹਿਬ ਸਵਾਗਤ ਹੈ ਜੀ ਤੁਹਾਡਾ। बहुत बहुत शुक्रिया, मेहरबानी, धन्यवाद सुखविंदर जी। ਡਾਕਟਰ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਨਵਜੋਤ ਸਿੰਘ ਸਿੱਧੂ ਕਾਫਲਾ ਅੱਗੇ ਵਧਦਾ ਜਾ ਰਿਹਾ ਹੈ ਪਰ ਕੈਪਟਨ ਸਾਹਿਬ ਦੇ ਨਾਲ ਗੱਲਬਾਤ ਕੋਈ ਹੋਈ ਨਹੀਂ। ਜਾਂ ਤਾਂ ਕਹਿ ਲਓ ਕਿ ਕੈਪਟਨ ਸਾਹਿਬ ਦੀ ਨਾਰਾਜ਼ਗੀ, ਜਿਵੇਂ ਬਾਕੀ ਜਿਹੜੇ ਸਿੱਧੂ ਦੇ ਕਰੀਬੀ ਨੇ ਉਹ ਕਹਿ ਰਹੇ ਨੇ ਕਿ ਸਿੱਧੂ ਸਾਹਿਬ ਆਪ ਜਾ ਕੇ ਕੈਪਟਨ ਸਾਹਿਬ ਨੂੰ ਮਿਲਣਗੇ, ਜਿਵੇਂ ਸੁਖਜਿੰਦਰ ਰੰਧਾਵਾ ਨੇ ਕਿਹਾ, ਪਰ ਕੈਪਟਨ ਸਾਹਿਬ ਦੇ ਵੱਲੋਂ ਕੋਈ ਵੀ ਇਹੋ ਜਿਹੀ ਠੰਡੀ ਹਵਾਵਾਂ ਕਹਿ ਲਓ ਕਿ ਉਹ ਨਜ਼ਰ ਨਹੀਂ ਆ ਰਹੀਆਂ। ਸੁਖਵਿੰਦਰ ਜੀ, ਜਿਵੇਂ ਆਪਾਂ ਜਾਣਦੇ ਹਾਂ ਕਿ ਕੈਪਟਨ ਸਾਹਿਬ ਨੂੰ ਤਾਂ ਹਜੇ ਤੱਕ ਇਹ ਵੀ ਹਜ਼ਮ ਨਹੀਂ ਹੋ ਰਿਹਾ ਕਿ ਨਵਜੋਤ ਸਿੰਘ ਸਿੱਧੂ ਪ੍ਰਧਾਨ ਬਣ ਕਿਵੇਂ ਗਏ। ਤੋ ਉਹਨਾਂ ਨੇ ਤਾਂ ਆਪਣੇ ਵੱਲੋਂ ਬਹੁਤ ਸਾਰੇ ਛੜਯੰਤਰ ਸ਼ੁਰੂ ਤੋਂ ਲੈ ਕੇ ਹੁਣ ਤੱਕ ਤੁਸੀਂ ਦੇਖੋਗੇ ਕਿ ਇਹ ਨਹੀਂ ਮੈਂ ਕਹਿ ਰਿਹਾ ਕਿ ਪਿਛਲੇ ਦਿਨਾਂ ਦੇ ਵਿੱਚ ਜਾਂ 1 ਸਾਲ ਤੋਂ ਦਾ 2 ਸਾਲ ਤੋਂ, ਜਦੋਂ ਤੋਂ ਨਵਜੋਤ ਸਿੰਘ ਸਿੱਧੂ ਨੇ ਜੁਆਇਨ ਕੀਤੀ ਆ ਕਾਂਗਰਸ, ਉਦੋਂ ਤੋਂ ਲੈ ਕੇ ਹੁਣ ਤੱਕ ਤੁਸੀਂ ਉਹ ਦੇਖ ਲਓ ਸਾਰੀ। ਜਦੋਂ ਅਸੀਂ ਉਹ ਲਿਸਟ ਕੱਢ ਕੇ ਦੇਖਦੇ ਹਾਂ ਤਾਂ ਪਹਿਲੀ ਗੱਲ ਤਾਂ ਉਹਨਾਂ ਨੇ ਜੁਆਇਨ ਕਰਾਉਣ ਦੇ ਵਿੱਚ ਆਨਾਕਾਨੀ ਕੀਤੀ ਕਿ ਸਿੱਧੂ ਸਾਹਿਬ ਨੂੰ ਜੁਆਇਨ ਨਹੀਂ ਕਰਾਉਣਾ ਚਾਹੀਦਾ। ਫਿਰ ਉਹ ਜਦੋਂ ਜੁਆਇਨ ਕਰ ਗਏ ਫਿਰ ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਮੰਤਰੀਸ਼ਿਪ ਕਿਉਂ ਦਈਏ। ਫਿਰ ਉਹਨਾਂ ਨੇ ਮੰਤਰੀਸ਼ਿਪ ਵੀ ਲਈ। ਫਿਰ ਉਹਨਾਂ ਨੇ ਕਿਹਾ ਕਿ ਮੰਤਰੀਸ਼ਿਪ ਲੈ ਕਿਉਂ ਲਈ, ਇਹਨਾਂ ਨੂੰ ਕਢਾਇਆ ਕਿਵੇਂ ਜਾਏ। ਫਿਰ ਉੱਥੇ ਛੜਯੰਤਰ ਸ਼ੁਰੂ ਕੀਤੇ। ਫਿਰ ਜਦੋਂ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਜਿਹਦੇ ਵਿੱਚ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਬਹੁਤ ਵੱਡਾ ਰੋਲ ਸੀਗਾ, ਉਹ ਜਦੋਂ ਕੰਪਲੀਟ ਹੋਇਆ, ਉਹ ਬਹੁਤ ਵੱਡਾ ਮਸਲਾ ਜਦੋਂ ਹੱਲ ਹੋਇਆ ਤਾਂ ਉਸ ਨੂੰ ਵੀ ਬਹੁਤ ਘਟਾਉਣ ਦੀ ਕੋਸ਼ਿਸ਼ ਕੀਤੀ ਗਈ, ਉਹਨਾਂ ਦੇ ਰੋਲ ਨੂੰ, ਨਵਜੋਤ ਸਿੰਘ ਸਿੱਧੂ ਦੇ ਨੂੰ। ਸੋ ਕਹਿਣ ਦਾ ਮਤਲਬ ਹੈ ਕਿ ਲਗਾਤਾਰ ਸਾਜ਼ਿਸ਼ਾਂ ਚੱਲ ਰਹੀਆਂ ਨੇ ਕੈਪਟਨ ਸਾਹਿਬ ਹੋਰਾਂ ਦੀਆਂ, ਔਰ ਉਹਨਾਂ ਦੀ ਜਿਹੜੀ ਪੂਰੀ ਜੁੰਡਲੀ ਹੈ, ਉਹਨਾਂ ਨੇ ਕਿਵੇਂ ਨਾ ਕਿਵੇਂ ਛੜਯੰਤਰ ਰਚਿਆ। ਔਰ ਉਸ ਤੋਂ ਵੀ ਬਾਅਦ ਜਦੋਂ ਅਸੀਂ ਪਿਛਲੀਆਂ ਘਟਨਾਵਾਂ ਵੇਖਦੇ ਹਾਂ ਤਾਂ ਚਾਹੇ ਗਲਤ ਚਿਹਰੇ ਦੀ ਗੱਲ ਹੋਵੇ, ਚਾਹੇ ਉਹਨਾਂ ਦੇ ਉਹ ਕਿਹਾ ਕਿ ਹਿੰਦੂ ਚਿਹਰਾ ਜਿਹੜਾ ਹੈਗਾ ਹਿੰਦੂ ਪੱਤਾ ਖੇਡ ਲਓ, ਜਾਂ ਉਹਨਾਂ ਨੇ ਮਾਝਾ ਮਾਲਵਾ ਦੁਆਬਾ, ਇਸ ਤਰ੍ਹਾਂ ਦੀਆਂ ਕਹਿਣ ਦਾ ਭਾਵ ਹੈ ਕਿ ਪੂਰੀ ਦੀ ਪੂਰੀ ਆਪਣੇ ਵੱਲੋਂ ਛੜਯੰਤਰ ਉਹਨਾਂ ਨੇ ਰਚਦੇ ਰਹੇ ਨੇ। ਅੱਜ ਜਦੋਂ ਉਹ ਪ੍ਰਧਾਨ ਬਣ ਚੁੱਕੇ ਨੇ, ਅੱਜ ਵੀ ਉਹਨਾਂ ਨੂੰ ਇਹ ਗੱਲ ਜਿਹੜੀ ਹੈਗੀ ਹਜਮ ਨਹੀਂ ਹੋ ਰਹੀ। ਇੱਕ ਪਾਸੇ ਸਾਰੇ ਜਿਹੜੇ ਵਰਕਰ ਨੇ, ਤੁਸੀਂ ਦੇਖਿਆ ਹੋਏਗਾ ਪੰਜਾਬ ਦੇ ਕਾਂਗਰਸ ਦੇ ਵਰਕਰ ਹੋਣ, ਵਿਧਾਇਕ ਹੋਣ ਜਾਂ ਮਿਨਿਸਟਰ ਹੋਣ, ਉਹ ਖੁਸ਼ ਨਜ਼ਰ ਆ ਰਹੇ ਨੇ। ਪਰ ਦੂਜੇ ਪਾਸੇ ਕੈਪਟਨ ਸਾਹਿਬ ਦੀ ਜਿਹੜੀ ਕੋਟਰੀ ਹੈ ਉਹ ਕਿਤੇ ਨਾ ਕਿਤੇ ਦਿਖਾਈ ਨਹੀਂ ਦੇ ਰਹੀ, ਔਰ ਉਹਨਾਂ ਨੂੰ ਬਹੁਤ ਇਸ ਵੇਲੇ ਦੁੱਖ ਲੱਗਿਆ ਹੋਇਆ ਕਿ ਇਹ ਹੋ ਕੀ ਗਿਆ। ਸੋ ਕਹਿਣ ਦਾ ਮਤਲਬ ਹੈ ਕਿ ਤੁਸੀਂ ਜਿਹੜੇ ਟਵੀਟ ਵੀ ਆਏ ਨੇ ਨਵਜੋਤ ਸਿੰਘ ਸਿੱਧੂ ਦੇ, ਹੁਣ ਜਿਹੜੇ ਲੇਟੈਸਟ 3 ਟਵੀਟ ਆਏ ਨੇ, ਉਹਨਾਂ ਨੂੰ ਪੜ੍ਹ ਕੇ ਹੀ ਲੱਗ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਇਸ ਵੇਲੇ ਚਾਹੇ ਉਹ ਆਪਣੇ ਫਿਊਚਰ ਬਾਰੇ ਗੱਲ ਕਰ ਰਹੇ ਹੋਣ, ਚਾਹੇ ਆਪਣੇ ਵਰਤਮਾਨ ਬਾਰੇ ਗੱਲ ਕਰ ਰਹੇ ਹੋਣ, ਚਾਹੇ ਆਪਣੇ ਇਤਿਹਾਸ ਬਾਰੇ ਗੱਲ ਕਰ ਰਹੇ ਹੋਣ, ਸੋ ਤਿੰਨਾਂ ਬਾਰੇ ਉਹਨਾਂ ਨੇ 3 ਟਵੀਟ ਇਹੀ ਗੱਲ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਇੱਕ ਕਿਸਮ ਦੀ ਉਹਨਾਂ ਨੇ ਕੈਪਟਨ ਸਾਹਿਬ ਨੂੰ ਜਵਾਬ ਦਿੱਤਾ ਹੈ ਕਿ ਜਿਹੜੇ ਤੁਸੀਂ ਕਹਿੰਦੇ ਹੋ ਕਿ ਅਸੀਂ ਟਕਸਾਲੀ ਹਾਂ, ਸਾਡੀ ਬਹੁਤ ਵੱਡੀ ਦੇਣ ਹੈ ਕਾਂਗਰਸ ਨੂੰ, ਉਹ ਦੇਣ ਸਾਡੇ ਪਰਿਵਾਰ ਦੀ ਵੀ ਹੈ, ਮੇਰੇ ਪਿਤਾ ਜੀ ਦੀ ਵੀ ਦੇਣ ਹੈ। ਮੇਰੇ ਪਿਤਾ ਜੀ ਖੁਦ ਜਿਹੜੇ ਨੇ ਬਹੁਤ ਵੱਡੇ ਸੰਗਰਾਮੀਏ ਰਹੇ ਨੇ, ਔਰ ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਰੋਲ ਰਿਹਾ ਹੈ। ਉਹਨਾਂ ਨੇ ਜੇਲ੍ਹਾਂ ਵੀ ਕੱਟੀਆਂ ਨੇ। ਇੱਥੋਂ ਤੱਕ ਕਿ ਉਹਨਾਂ ਨੇ ਇਹ ਵੀ ਕਿਹਾ ਉਸ ਟਵੀਟ ਦੇ ਵਿੱਚ, ਉਹਨਾਂ ਨੇ ਮੇਰੇ ਪਿਤਾ ਨੂੰ ਇੱਕ ਜਿਹੜੀ ਹੈਗੀ ਆ ਉਮਰ ਕੈਦ ਹੋ ਗਈ ਸੀਗੀ, ਉਹ ਵੀ ਜਿਹੜੀ ਹੈਗੀ ਆ ਬਹੁਤ ਵੱਡੀ ਉਹਨਾਂ ਨੇ ਗੱਲ ਕਹੀ ਹੈ। ਸੋ ਉਸ ਤੋਂ ਬਿਨਾਂ ਉਹਨਾਂ ਨੇ ਧੰਨਵਾਦ ਕੀਤਾ ਤੇ ਨਾਲ ਦੀ ਨਾਲ ਜਿਹੜੀ ਵੱਡੀ ਗੱਲ ਇਹ ਵੀ ਕਹੀ ਹੈ ਕਿ ਜਿਹੜਾ ਆਉਣ ਵਾਲਾ ਸਮਾਂ ਹੋਏਗਾ, ਭਵਿੱਖ ਹੋਏਗਾ, ਉਹਦੇ ਵਿੱਚ ਮੈਂ ਜਿਹੜੇ 18 ਪ੍ਰੋਗਰਾਮ ਕਹਿ ਰਹੀ ਹੈ ਹਾਈ ਕਮਾਂਡ, ਉਸ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰਾਂਗਾ। ਔਰ ਇਸ ਤੋਂ ਇਲਾਵਾ ਅਸੀਂ ਪੰਜਾਬ ਮਾਡਲ ਲੈ ਕੇ ਆਵਾਂਗੇ। ਇਹ ਬਹੁਤ ਵੱਡੀ ਗੱਲ ਹੈ ਕਿ ਪੰਜਾਬ ਮਾਡਲ ਨੂੰ ਤੁਸੀਂ ਜਿਹੜਾ ਹੈਗਾ ਪੰਜਾਬ ਨੂੰ ਸਮਝ ਕੇ, ਪੰਜਾਬ ਦੇ ਸੰਕਟਾਂ ਨੂੰ ਸਮਝ ਕੇ ਇੱਕ ਨਵਾਂ ਮਾਡਲ, ਜਿਹੜੀ ਗੱਲ ਪਿਛਲੇ ਦਿਨਾਂ ਦੇ ਵਿੱਚ ਕਰਦੇ ਰਹੇ ਨੇ ਸਿੱਧੂ ਸਾਹਿਬ, ਉਹਨਾਂ ਨੇ ਕਿਹਾ ਉਹ ਵੀ ਲੈ ਕੇ ਆਵਾਂਗੇ। ਤੀਸਰੀ ਵੱਡੀ ਉਹਨਾਂ ਨੇ ਗੱਲ ਇਹ ਵੀ ਕਹੀ ਹੈ
ਕਿ ਜਿਹੜਾ ਲੋਕਤੰਤਰ ਹੈ, ਲੋਕਤੰਤਰ ਦੇ ਵਿੱਚ ਲੋਕਾਂ ਦੀ ਸੱਤਾ ਜਿਹੜੀ ਹੈਗੀ ਆ, ਲੋਕਾਂ ਨੂੰ ਮਿਲਣੀ ਚਾਹੀਦੀ ਹੈ। ਉਹਦੇ ਲਈ ਵੀ ਕੋਸ਼ਿਸ਼ ਕੀਤੀ ਜਾਏਗੀ। ਇਹਦਾ ਮਤਲਬ ਇਹ ਹੈ ਕਿ ਜਿਹੜੇ ਲੋਕ ਅਸੀਂ ਟੈਕਸ ਦੇ ਰੂਪ ਦੇ ਵਿੱਚ ਪੈਸਾ ਦਿੰਦੇ ਹਾਂ, ਸਰਕਾਰ ਕੋਲੇ ਜਮ੍ਹਾਂ ਕਰਾਉਂਦੇ ਹਾਂ, ਔਰ ਉਹ ਪੈਸਾ ਜਿਹੜਾ ਹੈਗਾ ਲੋਕਾਂ ਦੇ ਉੱਤੇ ਲੱਗਣਾ ਚਾਹੀਦਾ ਹੈ। ਔਰ ਖਾਸ ਤੌਰ ਤੇ ਐਜੂਕੇਸ਼ਨ, ਹੈਲਥ ਜਿਹੜੀ ਹੈਗੀ ਹੈ, ਜਾਂ ਹੋਰ ਜਿਹੜੀਆਂ ਬੁਨਿਆਦੀ ਸਹੂਲਤਾਂ ਨੇ, ਉਹ ਤੁਹਾਨੂੰ ਮਿਲਣੀਆਂ ਚਾਹੀਦੀਆਂ ਨੇ। ਇਹਦੇ ਬਾਰੇ ਵੀ ਉਹਨਾਂ ਨੇ ਕਿਹਾ ਕਿ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਗੱਲ ਕਰਾਂਗਾ। ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਇੱਕ ਪਾਸੇ ਲੋਕਾਂ ਨੇ, ਖਾਸ ਤੌਰ ਤੇ ਜਿਹੜੇ ਕਾਂਗਰਸ ਦੇ ਵਲੰਟੀਅਰ ਨੇ, ਉਹਨਾਂ ਨੇ ਮਹਾਰਾਜਾ ਸਾਹਿਬ ਦੀ ਕਾਰਜਸ਼ੈਲੀ ਦੇਖੀ ਹੈ, ਜਿਹੜੇ ਕਿ 4.5 ਸਾਲ ਕਿਸੇ ਨੂੰ ਮਿਲੇ ਨਹੀਂ ਹੈਗੇ। ਇੱਕ ਪਾਸੇ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਕਾਰਜਸ਼ੈਲੀ ਨਜ਼ਰ ਆ ਰਹੀ ਹੈ, ਜਿਹੜੇ ਕਿ ਆਪ ਜਾ ਕੇ, ਜਿਵੇਂ ਤੁਸੀਂ ਖੁਦ ਕਿਹਾ ਕਿ ਕੱਲੇ ਮਿਨਿਸਟਰ ਨੂੰ ਮਿਲ ਰਹੇ ਨੇ, ਵਿਧਾਇਕ ਨੂੰ ਮਿਲ ਰਹੇ ਨੇ, ਔਰ ਵਲੰਟੀਅਰ ਨੂੰ ਮਿਲ ਰਹੇ ਨੇ। ਸੋ ਇੱਕ ਪਾਸੇ ਇਦਾਂ ਦੀ ਕਾਰਜਸ਼ੈਲੀ ਹੈ। ਸੋ ਕਹਿਣ ਦਾ ਮਤਲਬ ਹੈ ਕਿ ਇਹ ਸਾਰੀ ਚੀਜ਼ ਬਦਲ ਰਹੀ ਹੈ ਕਾਂਗਰਸ ਦੇ ਵਿੱਚ। ਕਾਂਗਰਸ ਦੇ ਵਿੱਚ ਤੁਸੀਂ ਦੇਖੋਗੇ ਕਿ ਜਿਹੜਾ ਕੈਪਟਨ ਸਾਹਿਬ ਦਾ ਯੁੱਗ ਹੈ, ਉਹ ਇਸ ਵੇਲੇ ਖਤਮ ਹੋ ਚੁੱਕਿਆ ਹੈ ਤੇ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਯੁੱਗ ਸ਼ੁਰੂ ਹੋ ਚੁੱਕਿਆ ਹੈ। ਸੋ ਇੱਕ ਕਿਸਮ ਦੀ ਮੈਸੇਜ ਦੇਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਕਿ ਜੇ ਇਦਾਂ ਹੀ ਚੱਲਦਾ ਰਿਹਾ ਤਾਂ ਨਵਜੋਤ ਸਿੰਘ ਸਿੱਧੂ 22 ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਵੀ ਜਿਹੜਾ ਹੋ ਸਕਦੇ ਨੇ। ਸੋ ਇਦਾਂ ਦੀਆਂ ਸੰਭਾਵਨਾਵਾਂ ਇਹਨਾਂ ਦੀ ਕਾਰਜਸ਼ੈਲੀ ਤੋਂ ਨਜ਼ਰ ਆ ਰਹੀਆਂ ਨੇ। ਸੋ ਉਮੀਦ ਇਹੀ ਕੀਤੀ ਜਾਣੀ ਚਾਹੀਦੀ ਹੈ ਕਿ 22 ਦੇ ਵਿੱਚ ਨਵਜੋਤ ਸਿੰਘ ਸਿੱਧੂ ਇੱਕ ਵੱਡਾ ਚਿਹਰਾ ਜਿਹੜੇ ਨੇ ਉਹ ਹੋ ਸਕਦੇ ਨੇ ਪੰਜਾਬ ਦੇ ਵਿੱਚ, ਆਪਾਂ ਕਹਿ ਸਕਦੇ ਹਾਂ। ਸੋ ਇਹ ਇਸ ਤਰ੍ਹਾਂ ਦੀ ਇਸ ਵੇਲੇ ਹਾਲਾਤ ਚੱਲ ਰਹੇ ਨੇ। ਇੱਕ ਕਿਸਮ ਦੇ ਨਾਲ ਤੁਸੀਂ ਦੇਖੋਗੇ ਗਰਾਊਂਡ ਰਿਐਲਿਟੀ ਇਸ ਵੇਲੇ ਹੈ, ਉਹ ਨਵਜੋਤ ਸਿੰਘ ਸਿੱਧੂ ਦੇ ਹੱਕ ਵਿੱਚ ਹੈ। ਔਰ ਕੈਪਟਨ ਸਾਹਿਬ ਜਿਹੜੇ ਨੇ ਕਿਤੇ ਨਾ ਕਿਤੇ ਉਹ ਖਿਸਕਦੇ ਦਿਖਾਈ ਦੇ ਰਹੇ ਨੇ। ਉਹਨਾਂ ਦੀ ਜਿਹੜੀ ਸਿਆਸੀ ਜ਼ਮੀਨ ਹੈ ਇਸ ਵੇਲੇ ਉਹ ਖਿਸਕੀ ਹੋਈ ਹੈ। ਸੋ ਉੱਥੋਂ ਹੀ ਇਹੀ ਲੱਗ ਰਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਹੋਰੇ ਜਿਹੜੇ ਆਪਣਾ ਨੌਜਵਾਨ ਚਿਹਰੇ ਨੇ, ਉਹ ਉਹਨਾਂ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਕਰਨਗੇ। ਔਰ ਜਿਹੜੇ ਥੋੜੇ ਜਿਹੇ ਜਿਹੜੇ ਬਜ਼ੁਰਗ ਚਿਹਰੇ ਨੇ, ਉਹਨਾਂ ਨੂੰ ਹੌਲੀ ਹੌਲੀ ਹੋ ਸਕਦਾ ਹੈ ਕਿ ਉਹ ਪਿੱਛੇ ਚਲੇ ਜਾਣ। ਸੋ ਜਿਹੜੀ ਜਿਸ ਕਿਸਮ ਦੀ ਟੀਮ ਬਣ ਰਹੀ ਹੈ ਨਵਜੋਤ ਸਿੰਘ ਸਿੱਧੂ ਦੀ ਨਜ਼ਰ ਆ ਰਹੀ ਹੈ, ਉਹਦੇ ਵਿੱਚੋਂ ਨੌਜਵਾਨ ਚਿਹਰੇ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ। ਖਾਸ ਤੌਰ ਤੇ ਤੁਸੀਂ ਦੇਖੋਗੇ ਜਿਹੜੇ ਪ੍ਰਧਾਨਗੀ ਲਈ, ਜਿਵੇਂ ਤੁਸੀਂ ਕੁਲਜੀਤ ਨਾਗਰਾ ਹੋਰਾਂ ਦੀ ਗੱਲ ਕਰ ਰਹੇ ਹੋ, ਜਿਹੜੇ ਕਿ ਯੂਥ ਕਾਂਗਰਸ ਚੋਂ ਆਉਂਦੇ ਨੇ, ਔਰ ਇਸੇ ਤਰ੍ਹਾਂ ਤੁਸੀਂ ਹੋਰ ਜਿਹੜੇ ਬਾਕੀ ਪ੍ਰਧਾਨ ਵੀ ਲਾਏ ਨੇ, ਉਹ ਸਾਰੇ ਦੇ ਸਾਰੇ ਉਹਨਾਂ ਦੇ ਵਿੱਚੋਂ ਖਾਸ ਤੌਰ ਤੇ ਬਹੁਤੇ ਟਕਸਾਲੀ ਵੀ ਨੇ ਔਰ ਨੌਜਵਾਨ ਵੀ ਨੇ। ਸੋ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇੱਕ ਇਸ਼ਾਰਾ ਦੇ ਰਹੀ ਹੈ ਕਾਂਗਰਸ ਦੀ ਹਾਈ ਕਮਾਂਡ, ਉਹ ਇਹੀ ਦੇ ਰਹੀ ਹੈ ਕਿ ਨਵੇਂ ਚਿਹਰੇ ਲਿਆਂਦੇ ਜਾਣਗੇ ਔਰ ਨਵੀਂ ਟੀਮ ਜਿਹੜੀ ਕਾਂਗਰਸ ਦੀ ਪੰਜਾਬ ਦੇ ਵਿੱਚ ਬਣੇਗੀ। ਔਰ ਨਵੀਂ ਟੀਮ ਨੂੰ ਅੱਗੇ ਲਾ ਕੇ ਉਹਨਾਂ ਦੀ ਕੋਸ਼ਿਸ਼ ਇਹੀ ਹੋਏਗੀ ਕਿ ਅਗਲੀਆਂ ਚੋਣਾਂ ਜਿੱਤੀਆਂ ਜਾਣ। ਔਰ ਨਵਜੋਤ ਸਿੰਘ ਸਿੱਧੂ ਦੀ ਰਹਿਨੁਮਾਈ ਦੇ ਵਿੱਚ ਨਵੀਂ ਜਿਹੜੀ ਸਰਕਾਰ ਹੈ 22 ਦੇ ਵਿੱਚ, ਉਹਦੀ ਕੋਸ਼ਿਸ਼ ਹੋ ਰਹੀ ਹੈ ਕਿ ਉਹ ਬਣਾਈ ਜਾਏ। ਜੀ ਸੁਖਵਿੰਦਰ ਜੀ। ਜੀ ਬਿਲਕੁਲ ਡਾਕਟਰ ਸਾਹਿਬ, ਇੱਕ ਹੋਰ ਚਰਚਾ ਚੱਲ ਰਹੀ ਹੈ ਕਿ ਜਿਹੜੇ 10 ਐਮਐਲਏਜ਼ ਨੇ ਕੈਪਟਨ ਸਾਹਿਬ ਦੇ ਹੱਕ ਵਿੱਚ ਇੱਕ ਚਿੱਠੀ ਲਿਖੀ, ਤਾਂ ਜੀ ਹੁਣ ਇਹ ਕਿਹਾ ਜਾ ਰਿਹਾ ਕਿ ਹੁਣ ਤਾਂ ਸਰਵੇ ਕਰਵਾ ਲਿਆ ਜਾਵੇ ਜਾਂ ਫਿਰ ਰਾਜਪਾਲ ਸਾਹਿਬ ਬੁਲਾ ਕੇ ਹੁਣ ਦੇਖ ਲੈਣ ਕਿ ਕੈਪਟਨ ਸਾਹਿਬ ਦੇ ਹੱਕ ਦੇ ਵਿੱਚ ਕਿੰਨੇ ਕੁ ਐਮਐਲਏ ਖੜੇ ਨੇ। ਕੀ ਸਿਰਫ ਉਹ 10 ਨੇ? ਜੇ ਤਾਂ ਕਹਿੰਦੇ ਉਹ ਜਿਹੜੀ ਰਿਪੋਰਟ ਆਉਂਦੀ ਹੈ ਤਾਂ ਉਹਦੇ ਨਾਲ ਫਿਰ ਕੈਪਟਨ ਸਾਹਿਬ ਦੀ ਕੁਰਸੀ ਵੀ ਜਾ ਸਕਦੀ ਹੈ। ਬਿਲਕੁਲ, ਤੁਸੀਂ ਦੇਖੋਗੇ ਕਿ ਹਾਲਾਤ ਉਹੀ ਪੈਦਾ ਹੋ ਰਹੇ ਨੇ। ਆਉਣ ਵਾਲੇ ਸਮੇਂ ਦੇ ਵਿੱਚ ਮੈਂ ਨਹੀਂ ਕਹਿੰਦਾ ਕਿ ਉਹਨਾਂ ਨੂੰ ਜਲਦੀ ਕੁਰਸੀ ਤੋਂ ਉਤਾਰਿਆ ਜਾਏਗਾ, ਮੁੱਖ ਮੰਤਰੀ ਦੀ ਕੁਰਸੀ ਤੋਂ ਕੈਪਟਨ ਸਾਹਿਬ ਨੂੰ, ਪਰ ਜੋ ਹਾਲਾਤ ਪੈਦਾ ਹੋ ਰਹੇ ਨੇ ਉਹ ਲਗਭਗ ਉਹੀ ਹੋ ਰਹੇ ਨੇ ਕਿ ਹੋ ਸਕਦਾ ਹੈ ਕਿ ਅੱਜ ਤੱਕ ਉਹਨਾਂ 10 ਐਮਐਲਏ ਸਾਹਿਬਾਨ ਦੇ ਵਿੱਚੋਂ ਹੋਰ ਵੀ ਖਿਸਕ ਗਏ ਹੋਣ ਸਿੱਧੂ ਦੇ ਵੱਲ। ਸੋ ਕਿਉਂਕਿ ਇਹ ਚਿੱਠੀ ਉਦੋਂ ਦੀ ਆ ਜਦੋਂ ਹਜੇ ਅਨਾਉਂਸਮੈਂਟ ਨਹੀਂ ਸੀ ਹੋਈ ਸਾਹਿਬ ਦੀ। ਇਹ ਪਰ ਜਦੋਂ ਸਿੱਧੂ ਸਾਹਿਬ ਦੀ ਅਨਾਉਂਸਮੈਂਟ ਹੋ ਗਈ ਤਾਂ ਉਦੋਂ ਬਾਅਦ ਜਿਹੜੀਆਂ ਨੇ ਪ੍ਰਸਥਿਤੀਆਂ ਬਹੁਤ ਬਦਲ ਚੁੱਕੀਆਂ ਨੇ। ਸੋ ਉਸ ਸਾਰੀਆਂ ਪ੍ਰਸਥਿਤੀਆਂ ਨੂੰ ਜਿਹੜਾ ਹੈਗਾ ਸਮਝਣ ਦੀ ਲੋੜ ਹੈ। ਔਰ ਉਹ ਪ੍ਰਸਥਿਤੀਆਂ ਇਸ ਲਈ ਬਦਲ ਰਹੀਆਂ ਨੇ ਕਿ ਇਸ ਵੇਲੇ ਜਿਹੜਾ ਹੈਗਾ ਕਾਰਜਸ਼ੈਲੀ ਜਿਹੜੀ ਰਹੀ ਹੈ ਕੈਪਟਨ ਸਾਹਿਬ ਦੀ, ਮੁੱਖ ਮੰਤਰੀ ਸਾਹਿਬ ਦੀ, ਉਹ ਕੋਈ ਬਹੁਤੀ ਵਧੀਆ ਨਹੀਂ ਰਹੀ। ਉਹਨਾਂ ਦੇ ਜਿਹੜੇ ਤੁਸੀਂ ਦੇਖੋਗੇ ਕਿ ਵੱਡੇ ਵਾਅਦੇ ਕਰਕੇ ਉਹ ਸੱਤਾ ਦੇ ਵਿੱਚ ਆਏ ਸੀਗੇ, ਚਾਹੇ ਉਹ ਨੌਕਰੀ ਦਾ ਵਾਅਦਾ ਹੋਵੇ, ਚਾਹੇ ਕਿਸਾਨੀ ਦੀ ਕਰਜ਼ਾ ਮਾਫੀ ਦੀ ਗੱਲ ਹੋਵੇ, ਚਾਹੇ ਮਾਫੀਆ ਨੂੰ ਕੰਟਰੋਲ ਕਰਨ ਦੀ ਗੱਲ ਹੋਵੇ, ਚਾਹੇ ਨਸ਼ਿਆਂ ਨੂੰ 4 ਹਫ਼ਤਿਆਂ 'ਚ ਖਤਮ ਕਰਨ ਦੀ ਗੱਲ ਹੋਵੇ, ਚਾਹੇ ਬਰਗਾੜੀ ਕਾਂਡ ਵਰਗੇ ਜਿਹੜੇ ਮੁੱਦਿਆਂ ਦੀ ਜਿਹੜੀ ਗੰਭੀਰਤਾ ਹੈ ਉਹਨੂੰ ਲੈ ਕੇ ਗੱਲ ਹੋਵੇ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਕਿਸੇ ਵੀ ਪੱਖ ਤੋਂ ਕੈਪਟਨ ਸਾਹਿਬ ਦੀ ਜਿਹੜੀ ਕਾਰਜਸ਼ੈਲੀ ਰਹੀ ਹੈ ਉਹ ਬਹੁਤੀ ਵਧੀਆ ਨਹੀਂ ਰਹੀ। ਔਰ ਆਪਾਂ ਨੂੰ ਵੀ ਪਤਾ ਹੈ ਕਿ ਜਿਵੇਂ ਸੁਖ ਸਰਕਾਰੀਆ ਜੀ ਅੱਜ ਗੱਲ ਕਰ ਰਹੇ ਨੇ ਕਿ ਉਹਨਾਂ ਨੇ ਸਾਰੀ ਆਪਣੀ ਦਾਰੋਮਦਾਰ ਸੀ ਉਹ ਅਫਸਰਸ਼ਾਹੀ ਦੇ ਉੱਤੇ ਛੱਡੀ ਹੋਈ ਸੀਗੀ, ਔਰ ਸਾਰੇ ਪੰਜਾਬ ਨੂੰ 4.5 ਸਾਲ ਅਫਸਰਸ਼ਾਹੀ ਨੇ ਚਲਾਇਆ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਨਾਰਾਜ਼ਗੀਆਂ ਨੇ ਉਹ ਵੀ ਪੁਰਾਣੇ ਜਿਹੜੇ ਲੀਡਰਾਂ ਦੀਆਂ ਸਾਹਮਣੇ ਆ ਰਹੀਆਂ ਨੇ।
ਸੋ ਇਸ ਕਰਕੇ ਤੁਸੀਂ ਦੇਖੋਗੇ ਕਿ ਜੇਕਰ ਇਹ ਚੀਜ਼ ਹੁੰਦੀ ਹੈ, ਕਾਊਂਟਿੰਗ ਹੁੰਦੀ ਹੈ ਔਰ ਇਹਦਾ ਸਰਵੇ ਹੁੰਦਾ ਹੈ, ਤਾਂ ਲਾਜ਼ਮੀ ਤੌਰ ਤੇ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਪਲੜਾ ਭਾਰੀ ਹੋ ਸਕਦਾ ਹੈ। ਸੋ ਹੌਲੀ ਹੌਲੀ ਹਜੇ ਤਾਂ ਸ਼ੁਰੂਆਤ ਹੋਈ ਹੈ, ਆਪਾਂ ਇਹ ਕਹਿ ਸਕਦੇ ਹਾਂ ਕਿ ਹਜੇ ਤਾਂ ਪਿਕਚਰ ਬਾਕੀ ਹੈ, ਹਜੇ ਟ੍ਰੇਲਰ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੋਰ ਬਦਲਣਗੀਆਂ ਔਰ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਜਿਹੜੀ ਪਕੜ ਹੈ ਪੰਜਾਬ ਦੀ ਕਾਂਗਰਸ ਦੇ ਉੱਤੇ ਹੋਰ ਮਜ਼ਬੂਤ ਹੋਏਗੀ। ਔਰ ਇਹਦੇ ਪੈਰਲਲ ਜੇ ਆਪਾਂ ਦੂਜੇ ਪਾਸੇ ਦੇਖੀਏ ਕਿ ਕੈਪਟਨ ਸਾਹਿਬ ਦਾ ਜਿਹੜਾ ਧੜਾ ਹੈ ਉਹ ਹੌਲੀ ਹੌਲੀ ਖਿਸਕਦਾ ਹੋ ਸਕਦਾ ਹੈ ਕਿ ਉਹਨਾਂ ਵਿੱਚੋਂ ਹੋਰ ਲੋਕ ਉਹ ਨਵਜੋਤ ਸਿੰਘ ਸਿੱਧੂ ਦੇ ਧੜੇ ਦੇ ਵਿੱਚ ਸ਼ਾਮਲ ਹੋ ਜਾਣ। ਸੋ ਇਦਾਂ ਦੀਆਂ ਸੰਭਾਵਨਾਵਾਂ ਹਜੇ ਨਜ਼ਰ ਆ ਰਹੀਆਂ ਨੇ ਕਿਉਂਕਿ ਸਿਆਸਤ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਚੱਲਦੀਆਂ ਨੇ। ਜੀ ਸੁਖਵਿੰਦਰ ਜੀ। ਬਿਲਕੁਲ ਬਿਲਕੁਲ, ਵਾਕਈ ਡਾਕਟਰ ਸਾਹਿਬ ਇੱਕ ਗੱਲ ਤਾਂ ਆਪਾਂ ਕਹਿ ਸਕਦੇ ਹਾਂ ਕਿ ਪੂਰੇ ਪੰਜਾਬ ਦੇ ਜਿਹੜੇ ਕਾਂਗਰਸੀ ਨੇ ਜਾਂ ਆਮ ਲੋਕ ਵੀ ਨੇ ਜਿਹੜੇ ਸਿੱਧੂ ਨੂੰ ਪਸੰਦ ਕਰਦੇ ਨੇ, ਉਹਨਾਂ ਦੇ ਵਿੱਚ ਜੋਸ਼ ਹੈ ਕਿ ਸਿੱਧੂ ਦੇ ਆਉਣ ਦੇ ਨਾਲ ਇੱਕ ਤਬਦੀਲੀ ਜਿਹੜੀ ਹੈ ਪੰਜਾਬ ਦੇ ਵਿੱਚ ਉਹ ਜ਼ਰੂਰ ਹੋ ਸਕਦੀ ਹੈ। ਪਰ ਕੀ ਇਹ ਮੰਨਿਆ ਜਾਵੇ ਕਿ ਜਦੋਂ ਸਿੱਧੂ ਸਾਹਿਬ ਕਹਿੰਦੇ ਨੇ ਕਿ 75-25 ਦੀ ਖੇਡ ਚੱਲਦੀ ਆ, ਕੀ ਇਹ ਮੰਨ ਲਿਆ ਜਾਵੇ ਕਿ ਜਿਹੜੇ ਮੁੱਦੇ ਸਿੱਧੂ ਸਾਹਿਬ ਨੇ ਚੁੱਕੇ ਸੀ ਉਹਨਾਂ ਦਾ ਹੱਲ ਜਿਹੜਾ ਆ ਉਹ ਹੁਣ ਵਾਲੇ ਸਰਕਾਰ ਦੇ ਵਿੱਚ ਨਿਕਲ ਜਾਏਗਾ ਜਾਂ ਅਗਲੀ ਸਰਕਾਰ ਇਸ ਦੇ ਹੱਲ ਕੱਢੇਗੀ? ਕਿਉਂਕਿ ਜਦੋਂ 18 ਨੁਕਾਤੀ ਏਜੰਡੇ ਦੀ ਗੱਲ ਕਰਦੇ ਨੇ, ਨਾ ਤਾਂ ਉਹ 18 ਨੁਕਾਤੀ ਏਜੰਡਾ ਲੋਕਾਂ ਦੇ ਵਿੱਚ ਕਲੀਅਰ ਹੋਇਆ ਕਿ ਕਿਹੜੇ-ਕਿਹੜੇ ਮੁੱਦੇ ਜੇ, ਹਾਲਾਂਕਿ ਮੋٹے-ਮੋٹے ਤੌਰ ਦੇ ਉੱਤੇ ਦੱਸਿਆ ਗਿਆ, ਪਰ ਕੀ ਉਹਨਾਂ ਸਾਰਿਆਂ ਮੁੱਦਿਆਂ ਦਾ ਹੱਲ ਨਿਕਲ ਸਕੇਗਾ? ਕੀ ਇਹ ਨਾ ਹੋਵੇ ਕਿ ਜਿਵੇਂ ਕੈਪਟਨ ਸਾਹਿਬ ਦੇ ਉੱਤੇ ਜਿਹੜੀਆਂ ਉਂਗਲਾਂ ਸਿੱਧੂ ਸਾਹਿਬ ਚੁੱਕਦੇ ਰਹੇ ਨੇ ਕਿ ਬਾਦਲਾਂ ਨਾਲ ਮਿਲੇ ਹੋਏ ਨੇ, ਇਹ ਨਾ ਹੋਵੇ ਕਿ ਮਿਲ ਜੁਲ ਕੇ ਜਿਹੜੀ ਕੁਰਸੀ ਜਿਹੜੀ ਆ ਉਹ ਨਵਜੋਤ ਸਿੱਧੂ ਦੀ ਖਿਸਕਾ ਦਿੱਤੀ ਜਾਏ? ਸੁਖਵਿੰਦਰ ਜੀ ਦੇਖੋ, ਪੋਲਿਟਿਕਸ ਦੇ ਵਿੱਚ ਇਹ ਤਾਂ ਚੱਲਦਾ ਹੈ ਕਿ ਜਿਵੇਂ ਤੁਸੀਂ ਕਿਹਾ ਨਾ ਕਿ ਮਿਲ ਜੁਲ ਕੇ ਜਾਂ ਇੱਕ ਦੂਜੇ ਦੀਆਂ ਜਿਹੜੀਆਂ ਲੱਤਾਂ ਖਿੱਚਣੀਆਂ ਨੇ, ਇਹ ਸਿਆਸਤ ਦੇ ਵਿੱਚ ਹਮੇਸ਼ਾ ਹੀ ਚੱਲਦਾ ਆਇਆ ਹੈ, ਅੱਗੇ ਵੀ ਚੱਲਦਾ ਰਹੇਗਾ। ਸੋ ਜਿੱਥੋਂ ਤੱਕ ਮੁੱਦਿਆਂ ਦੀ ਗੱਲ ਹੈ, ਇਸ ਵੇਲੇ ਮੈਨੂੰ ਇਹ ਲੱਗਦਾ ਹੈ ਕਿ ਕੈਪਟਨ ਸਾਹਿਬ ਦੇ ਉੱਤੇ ਘੱਟੋ ਘੱਟ ਪ੍ਰੈਸ਼ਰ ਜ਼ਰੂਰ ਬਣੇਗਾ ਕਿ ਪਹਿਲਾਂ ਪ੍ਰੈਸ਼ਰ ਨਹੀਂ ਸੀਗਾ। ਪਹਿਲਾਂ ਤੁਸੀਂ ਦੇਖਿਆ ਹੋਵੇਗਾ ਕਿ ਜਦੋਂ ਤੱਕ ਜਾਖੜ ਸਾਹਿਬ ਪ੍ਰਧਾਨ ਰਹੇ ਨੇ ਉਦੋਂ ਤੱਕ ਕੋਈ ਬਹੁਤਾ ਪ੍ਰੈਸ਼ਰ ਨਹੀਂ ਸੀ ਬਣ ਪਾਇਆ ਕਿਉਂਕਿ ਜਾਖੜ ਸਾਹਿਬ ਨੂੰ ਵੀ ਜਿਹੜੇ ਨੇ ਕੁਝ ਨਹੀਂ ਸੀ ਸਮਝਦੇ ਕੈਪਟਨ ਸਾਹਿਬ। ਔਰ ਇੱਥੋਂ ਤੱਕ ਕਿ ਕਈ ਵਾਰੀ ਤਾਂ ਜਦੋਂ ਜਾਖੜ ਸਾਹਿਬ ਉਹਨਾਂ ਨੂੰ ਮਿਲਣ ਲਈ ਜਾਂਦੇ ਸੀਗੇ, ਉਹਨਾਂ ਨੇ ਜਵਾਬ ਵੀ ਦੇਣਾ ਸੀ ਮੈਂ ਮਿਲਣਾ ਹੀ ਨਹੀਂ ਹੈ। ਸੋ ਕਹਿਣ ਦਾ ਮਤਲਬ ਹੈ ਕਿ ਇੱਕ ਉਸ ਕਿਸਮ ਦੀ ਜਿਹੜੀ ਹੈਗੀ ਆ ਗੱਲ ਨਹੀਂ ਸੀ ਪਹਿਲਾਂ ਜਾਖੜ ਸਾਹਿਬ ਦੇ ਵਿੱਚ ਕਿ ਉਹ ਪ੍ਰੈਸ਼ਰ ਬਣਾ ਕੇ ਇਹਨਾਂ ਮੁੱਦਿਆਂ ਨੂੰ ਹੱਲ ਕਰਾਉਂਦੇ। ਪਰ ਹੁਣ ਜਿਹੜੀ ਹੈਗੀ ਇਸ ਵੇਲੇ ਪੋਜੀਸ਼ਨ ਜਿਹੜੀ ਹੈਗੀ ਆ ਬਦਲੀ ਹੋਈ ਹੈ। ਹੁਣ ਜੇਕਰ ਉਹ ਨਾ ਨੁੱਕਰ ਕਰਨਗੇ, ਜੇਕਰ ਪ੍ਰਧਾਨ ਦੇ ਨਾਲ ਮਿਲ ਕੇ ਨਹੀਂ ਚੱਲਣਗੇ, ਤਾਂ ਲਾਜ਼ਮੀ ਤੌਰ ਤੇ ਇਹਦੇ ਨਾਲ ਬਹੁਤ ਵੱਡਾ ਸੰਕਟ ਜਿਹੜੀ ਦਿੱਕਤ ਹੈ ਕੈਪਟਨ ਸਾਹਿਬ ਨੂੰ ਆ ਸਕਦੀ ਹੈ। ਸੋ ਮੈਂ ਤਾਂ ਇਹੀ ਕਹਿਣਾ ਚਾਹੁੰਦਾ, ਜਿਵੇਂ ਸੁੱਖੀ ਰੰਧਾਵਾ ਜੀ ਕਹਿ ਰਹੇ ਨੇ, ਜਿਵੇਂ ਤ੍ਰਿਪਤ ਰਜਿੰਦਰ ਬਾਜਵਾ ਜੀ ਕਹਿ ਰਹੇ ਨੇ, ਜਾਂ ਹੋਰ ਜਿਹੜੇ ਨੇ ਸੁਖ ਸਰਕਾਰੀਆ ਜੀ ਕਹਿ ਰਹੇ ਨੇ ਕਿ ਭਾਈ ਆਪਾਂ ਮਿਲ ਕੇ ਚੱਲੀਏ, ਉਹਨਾਂ ਨੂੰ ਵੱਡਾ ਦਿਲ ਦਿਖਾਉਣਾ ਚਾਹੀਦਾ ਔਰ ਉਹਨਾਂ ਨੂੰ ਮਿਲਣਾ ਚਾਹੀਦਾ ਇੱਕ ਦੂਜੇ ਨਾਲ ਮਿਲ ਕੇ, ਔਰ ਖਾਸ ਤੌਰ ਤੇ ਜਿਹੜੇ ਵਾਅਦੇ ਕੀਤੇ ਹੋਏ ਨੇ ਉਹਨਾਂ ਨੂੰ ਮਿਲ ਕੇ ਹੱਲ ਕਰਨਾ ਚਾਹੀਦਾ। ਜੇਕਰ ਇਹ ਚੀਜ਼ ਹੁੰਦੀ ਹੈ ਤਾਂ ਲਾਜ਼ਮੀ ਤੌਰ ਤੇ ਕੈਪਟਨ ਸਾਹਿਬ ਦੇ ਉੱਤੇ ਪ੍ਰੈਸ਼ਰ ਵਧੇਗਾ ਔਰ ਪ੍ਰੈਸ਼ਰ ਵਧਣ ਕਰਕੇ ਉਹ ਮਸਲੇ ਹੱਲ ਕਰਨ ਦੀ ਕੋਸ਼ਿਸ਼ ਜ਼ਰੂਰ ਕਰਨਗੇ। ਪਰ ਉਹ ਹੱਲ ਹੁੰਦੇ ਨੇ ਜਾਂ ਨਹੀਂ ਹੁੰਦੇ ਇਹ ਇੱਕ ਵੱਖਰਾ ਸਵਾਲ ਹੈ। ਪਰ ਮੈਨੂੰ ਇਹ ਲੱਗਦਾ ਹੈ ਕਿ ਪ੍ਰੈਸ਼ਰ ਇਸ ਵੇਲੇ ਕੈਪਟਨ ਸਾਹਿਬ ਦੇ ਉੱਤੇ ਜ਼ਰੂਰ ਬਣਿਆ ਹੋਇਆ ਉਹਨਾਂ ਮਸਲਿਆਂ ਨੂੰ ਹੱਲ ਕਰਨ ਦਾ। ਇੱਕ ਪਾਸੇ ਜਿਹੜੀ ਹਾਈ ਕਮਾਂਡ ਹੈ ਉਹਨਾਂ ਦਾ ਪ੍ਰੈਸ਼ਰ ਹੈ ਕਿ ਉਹ ਚਾਹੁੰਦੀ ਹੈ ਕਿ ਤੁਸੀਂ ਜ਼ਰੂਰ ਇਹਨਾਂ ਮਸਲਿਆਂ ਨੂੰ ਹੱਲ ਕਰੋ, 18 ਨੁਕਾਤੀ ਪ੍ਰੋਗਰਾਮ ਨੂੰ। ਦੂਜੇ ਪਾਸੇ ਇਸ ਵੇਲੇ ਨਵਜੋਤ ਸਿੰਘ ਸਿੱਧੂ ਜਿਹੜੇ ਨੇ ਉਹ ਪੈਰਲਲ ਆਪਣੀ ਪੋਲਿਟਿਕਸ ਇਹਨਾਂ ਮੁੱਦਿਆਂ ਦੇ ਉੱਤੇ ਕਰ ਰਹੇ ਨੇ। ਔਰ ਤੀਜੀ ਗੱਲ ਆਪਾਂ ਦੇਖ ਰਹੇ ਹਾਂ ਕਿ ਜਿਹੜੇ ਲੀਡਰ ਸਾਹਿਬਾਨ ਨੇ, ਖਾਸ ਤੌਰ ਤੇ ਜਿਹੜੇ ਮਿਨਿਸਟਰ ਨੇ ਕਾਂਗਰਸ ਦੇ ਇਸ ਵੇਲੇ, ਉਹ ਖੁਦ ਪ੍ਰੈਸ਼ਰ ਪਾ ਰਹੇ ਨੇ ਕੈਪਟਨ ਸਾਹਿਬ ਤੇ ਕਿ ਭਾਈ ਅਸੀਂ ਕੀ ਮੂੰਹ ਲੈ ਕੇ ਪੰਜਾਬ ਦੇ ਲੋਕਾਂ ਦੇ ਵਿੱਚ 22 ਦੇ ਵਿੱਚ ਜਾਵਾਂਗੇ, ਇਸ ਕਰਕੇ ਕਿਰਪਾ ਕਰਕੇ ਉਹ ਮਸਲੇ ਜਿਹੜੇ ਨੇ ਲੋਕਾਂ ਦੇ ਹੱਲ ਕਰੋ। ਸੋ ਚਾਰੇ ਪਾਸੇ ਮੈਨੂੰ ਲੱਗਦਾ ਕਿ ਪ੍ਰੈਸ਼ਰ ਇਸ ਵੇਲੇ ਕੈਪਟਨ ਸਾਹਿਬ ਦੇ ਉੱਤੇ ਬਣਿਆ ਹੋਇਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਜੇਕਰ ਪ੍ਰੈਸ਼ਰ ਬਣਦਾ ਹੈ ਤਾਂ ਲਾਜ਼ਮੀ ਤੌਰ ਤੇ ਇਹਦੇ ਲਈ ਹੋ ਸਕਦਾ ਕਿ ਸੰਭਾਵਨਾਵਾਂ ਪੈਦਾ ਹੋਣ ਕਿ ਰੁਜ਼ਗਾਰ ਜਿਹੜੇ ਨੇ ਘਰ ਘਰ ਨੌਕਰੀ ਦਾ ਜਿਹੜਾ ਲਾਰਾ ਲਾਇਆ ਸੀਗਾ ਉਹਨਾਂ ਦੇ ਉੱਤੇ ਕੋਈ ਜਿਹੜੀ ਹੈਗੀ ਆ ਕੋਈ ਗੱਲਬਾਤ ਹੋਵੇ, ਜਾਂ ਇਸੇ ਤਰ੍ਹਾਂ ਜਿਹੜਾ ਹੈਗਾ ਮਾਫੀਏ ਦੀ ਗੱਲ ਹੈ ਉਹਨੂੰ ਕੰਟਰੋਲ ਕਰਨ ਦੀ ਕੋਈ ਗੱਲ ਹੋ ਸਕਦੀ ਹੈ। ਸੋ ਕੁਛ ਨਾ ਕੁਛ ਕਰਨਾ ਪਏਗਾ ਕਾਂਗਰਸ ਨੂੰ ਜੇ ਉਹ 22 ਦੇ ਵਿੱਚ ਜਾਣਾ ਚਾਹੁੰਦੀ ਹੈ। ਜੇਕਰ ਉਹ ਇਦਾਂ ਹੀ ਲਾਰੇ ਲੱਪੇ ਲਾ ਕੇ ਇਦਾਂ ਹੀ ਗੱਲਾਂ ਦਾ ਕੜਾਹ ਬਣਾ ਕੇ ਕੋਸ਼ਿਸ਼ ਕਰੇਗੀ ਕਿ ਅਸੀਂ ਟਾਈਮ ਪਾਸ ਕਰ ਲਈਏ, ਤਾਂ ਮੈਨੂੰ ਲੱਗਦਾ ਹੈ ਕਿ ਚਾਹੇ ਨਵਜੋਤ ਸਿੰਘ ਸਿੱਧੂ ਹੋਣ ਫਿਰ ਤਾਂ, ਚਾਹੇ ਕੋਈ ਹੋਰ ਆ ਜਾਏ, ਫਿਰ ਜਿਹੜਾ ਹੈਗਾ ਔਖਾ ਹੋ ਜਾਏਗਾ 22 ਦੇ ਵਿੱਚ ਜਾਣਾ। ਸੋ ਇਸ ਕਰਕੇ ਇਸ ਵੇਲੇ ਇਹੀ ਗੱਲ ਕਰਨੀ ਬਣਦੀ ਹੈ ਕਿ ਜਿਹੜੇ ਵੱਡੇ ਵਾਅਦੇ ਕਰਕੇ ਆਏ ਹੋਏ ਆ ਕੈਪਟਨ ਸਾਹਿਬ, ਉਹਨਾਂ ਨੂੰ ਉਹ ਹੱਲ ਕਰਨ ਔਰ ਜਿਹੜਾ ਬਹੁਤ ਥੋੜਾ ਉਹਨਾਂ ਦਾ ਸਮਾਂ ਬਚਿਆ ਹੈ ਉਹਦੇ ਵਿੱਚ ਉਹ ਦਿਨ ਰਾਤ ਇੱਕ ਕਰਕੇ ਉਹ ਸਾਰੇ ਜਿਹੜੇ ਨੇ ਮਸਲਿਆਂ ਨੂੰ
ਜਿਹੜਾ ਹੈਗਾ ਸੁਲਝਾਉਣ ਦੀ ਲੋੜ ਹੈ ਔਰ 18 ਨੁਕਾਤੀ ਪ੍ਰੋਗਰਾਮ ਜਿਹੜਾ ਉਹਨਾਂ ਨੂੰ ਦਿੱਤਾ ਹੋਇਆ ਉਹਨੂੰ ਵੀ ਪੂਰਾ ਕਰਨ ਦੀ ਲੋੜ ਹੈ। ਤਾਂ ਹੀ ਜਿਹੜਾ ਹੈਗਾ ਕੈਪਟਨ ਸਾਹਿਬ ਦੀ ਜਿਹੜੀ ਛਵੀ ਹੈ, ਜਿਹੜੀ ਮਾੜੀ ਮੋਟੀ ਬਚੀ ਹੋਈ ਹੈ, ਉਹ ਬਚ ਸਕਦੀ ਹੈ। ਨਹੀਂ ਤਾਂ 22 ਦੇ ਤੋਂ ਪਹਿਲਾਂ ਪਹਿਲਾਂ ਮੈਨੂੰ ਲੱਗਦਾ ਕਿ ਜੇ ਉਹ ਇਹ ਨਹੀਂ ਕਰਦੇ, ਜੇਕਰ ਉਹ ਪੁਰਾਣੀ ਸ਼ੈਲੀ ਰੱਖਦੇ ਨੇ ਆਪਣੀ, ਤਾਂ ਉਹਦੇ ਨਾਲ ਕੀ ਹੋਏਗਾ ਕਿ ਉਹਨਾਂ ਦੀ ਕੁਰਸੀ ਨੂੰ ਵੀ ਖਤਰਾ ਹੋ ਸਕਦਾ ਹੈ, 22 ਤੋਂ ਪਹਿਲਾਂ ਵੀ ਹੋ ਸਕਦਾ ਹੈ। ਇਹ ਮੈਂ ਇਸ਼ਾਰਾ ਕਰ ਰਿਹਾ ਕਿ ਜੇਕਰ ਉਹ ਬਿਲਕੁਲ ਪੁਰਾਣੀ ਸ਼ੈਲੀ ਨੂੰ ਉਸੇ ਤਰ੍ਹਾਂ ਰੱਖਣਗੇ, ਆਪਣੇ ਸਟਾਈਲ ਨੂੰ ਨਹੀਂ ਬਦਲਣਗੇ, ਤਾਂ ਉਹਨਾਂ ਦੀ ਕੁਰਸੀ ਜਿਹੜੀ ਹੈਗੀ ਹੈ ਖਿਸਕ ਸਕਦੀ ਹੈ। ਸੋ ਇਸ ਕਰਕੇ ਨਵਾਂ ਚਿਹਰਾ ਵੀ ਉਹਦੇ ਉਸ ਕੁਰਸੀ ਤੇ ਬਿਠਾਇਆ ਜਾ ਸਕਦਾ ਹੈ। ਸੋ ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਕੈਪਟਨ ਸਾਹਿਬ ਨੂੰ ਆਪਣੇ ਵਾਅਦੇ ਜਿਹੜੇ ਨੇ ਉਹ ਯਾਦ ਆਉਣੇ ਚਾਹੀਦੇ ਨੇ ਔਰ ਪੂਰੇ ਕਰਨੇ ਚਾਹੀਦੇ ਨੇ। ਹਰ ਕੋਸ਼ਿਸ਼ ਉਹਨਾਂ ਨੂੰ ਇਸ ਵੇਲੇ ਦਿਨ ਰਾਤ ਇੱਕ ਕਰਕੇ ਉਹ ਵਾਅਦਿਆਂ ਨੂੰ ਪੂਰੇ ਕਰਨਾ ਚਾਹੀਦਾ। ਸੁਖਵਿੰਦਰ ਜੀ, ਬਿਲਕੁਲ ਬਿਲਕੁਲ, ਨਜ਼ਰਾਂ ਜਿਹੜੀਆਂ ਨੇ ਉਹ ਲੋਕਾਂ ਦੀਆਂ ਹੁਣ ਇਹ ਟਿਕੀਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਪ੍ਰਚਾਰ ਕਰਨ ਦੇ ਲਈ ਸਟਾਰ ਪ੍ਰਚਾਰਕ ਸਟੇਜਾਂ ਤੇ ਚੜ੍ਹਨਗੇ ਕਾਂਗਰਸ ਦੇ, ਤਾਂ ਉਹਦੇ ਵਿੱਚ ਸ਼ਾਇਦ ਕੈਪਟਨ ਸਾਹਿਬ ਉਸ ਤਰੀਕੇ ਦੇ ਨਾਲ ਆਪਣਾ ਕੁੰਡਾ ਨਹੀਂ ਖੜਕਾ ਪਾਉਣਗੇ ਜਿਵੇਂ ਨਵਜੋਤ ਸਿੰਘ ਸਿੱਧੂ ਜਿਹੜਾ ਉਹ ਆਪਣੇ ਵਿਰੋਧੀਆਂ ਤੇ ਵਰਨਗੇ। ਸਾਰਿਆਂ ਨੂੰ ਜਿਹੜੀ ਵਿਰੋਧੀ ਨੇ ਉਹਨਾਂ ਨੂੰ ਇਸੇ ਗੱਲ ਦਾ ਫਿਕਰ ਹੈ ਕਿ ਹੁਣ ਸਿੱਧੂ ਦੇ ਆਉਣ ਦੇ ਨਾਲ ਕਿਸ ਤਰ੍ਹਾਂ ਦੀ ਸੱਤਾ ਤਬਦੀਲੀ ਪੰਜਾਬ ਦੇ ਲੋਕਾਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ, ਪੰਜਾਬ 'ਚ ਦੇਖਣ ਨੂੰ ਮਿਲ ਰਹੀ ਹੈ। ਅਗਲੀ ਖਬਰ ਡਾਕਟਰ ਸਾਹਿਬ ਪਾਰਲੀਮੈਂਟ ਦੀ ਦਿੱਲੀ ਦੀ ਕਰ ਲੈਂਦੇ ਆ ਕਿ ਉਧਰ ਕਿਸਾਨੀ ਅੰਦੋਲਨ ਨੇ ਜਿਹੜਾ ਪੀਪਲਜ਼ ਵਿਪ, ਜਿਹੜਾ ਵੋਟਰਜ਼ ਵਿਪ ਜਾਰੀ ਕੀਤਾ ਸੀ, ਸਾਰੇ ਸੰਸਦ ਮੈਂਬਰ ਪਾਰਲੀਮੈਂਟ 'ਚ ਹਾਜ਼ਰੀ ਲਗਵਾ ਰਹੇ ਨੇ। ਪ੍ਰਧਾਨ ਮੰਤਰੀ ਸਾਹਿਬ ਨੂੰ ਬੋਲਣ ਤੱਕ ਦਾ ਜਿਹੜਾ ਉਹ ਨਹੀਂ ਦਿੱਤਾ ਗਿਆ ਜਦੋਂ ਦੋਹਾਂ ਸਦਨਾਂ ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਬੋਲ ਰਹੇ ਸੀ। ਇਹਨੂੰ ਕਿੱਦਾਂ ਦੇਖਦੇ ਹੋ ਕਿ ਮੋਦੀ ਸਰਕਾਰ ਕਿਸ ਤਰੀਕੇ ਨਾਲ ਬੈਕਫੁੱਟ ਤੇ ਆ ਚੁੱਕੀ ਹੈ? ਸੁਖਵਿੰਦਰ ਜੀ, ਇਹ ਗੱਲ ਮੈਂ ਖਾਸ ਤੌਰ ਤੇ ਆਪਾਂ ਸਾਰੇ ਸ਼ੁਰੂ ਤੋਂ ਕਹਿੰਦੇ ਰਹੇ ਹਾਂ ਕਿ ਮੋਦੀ ਸਰਕਾਰ ਜਾਂ ਬੀਜੇਪੀ ਸਰਕਾਰ ਕਿਸਾਨੀ ਅੰਦੋਲਨ ਦੀ ਜਿਹੜੀ ਨੇਚਰ ਹੈ, ਜਿਹੜੀ ਇਸ ਵੇਲੇ ਬਿਲਕੁਲ 21ਵੀਂ ਸਦੀ ਦਾ ਇਹ ਬਹੁਤ ਵੱਡਾ ਇੱਕ ਮਹਾ ਸੰਘਰਸ਼ ਹੈ, ਉਸ ਨੇਚਰ ਨੂੰ ਨਹੀਂ ਸਮਝ ਪਾਈ। ਉਹਨਾਂ ਨੂੰ ਲੱਗਦਾ ਸੀਗਾ ਕਿ ਪਹਿਲਾਂ ਤੁਹਾਨੂੰ ਯਾਦ ਹੋਏਗਾ, ਦਰਸ਼ਕਾਂ ਨੂੰ ਵੀ ਯਾਦ ਹੋਏਗਾ ਕਿ ਉਹ ਕਹਿੰਦੇ ਰਹੇ ਕਿ ਇਹ ਤਾਂ ਖਾਲਿਸਤਾਨੀਆਂ ਦਾ ਅੰਦੋਲਨ ਹੈ। ਫਿਰ ਉਹ ਕਹਿੰਦੇ ਰਹੇ ਕਿ ਨਕਸਲਾਈਟਸ ਦਾ ਅੰਦੋਲਨ ਹੈ। ਫਿਰ ਉਹ ਕਹਿੰਦੇ ਰਹੇ ਤਾਂ ਸਿਰਫ ਪੰਜਾਬ ਦਾ ਅੰਦੋਲਨ ਹੈ। ਫਿਰ ਉਹ ਕਹਿੰਦੇ ਰਹੇ ਕਿ ਪੰਜਾਬ ਤੇ ਹਰਿਆਣੇ ਦਾ ਅੰਦੋਲਨ ਹੈ। ਫਿਰ ਉਹ ਕਹਿੰਦੇ ਰਹੇ ਕਿ ਪੰਜਾਬ, ਹਰਿਆਣਾ, ਯੂਪੀ ਦਾ ਅੰਦੋਲਨ ਹੈ। ਮੇਰਾ ਕਹਿਣ ਦਾ ਮਤਲਬ ਹੈ ਕਿ ਇਸ ਤਰ੍ਹਾਂ ਦੀਆਂ ਗੱਲਾਂ ਲਗਾਤਾਰ ਚੱਲਦੀਆਂ ਰਹੀਆਂ, ਜਦੋਂ ਕਿ ਇਹ ਅੰਦੋਲਨ ਜਿਹੜਾ ਹੈਗਾ ਨਾ ਪੰਜਾਬ ਦਾ ਹੈ ਨਾ ਹਰਿਆਣੇ ਦਾ ਹੈ, ਪੂਰੇ ਭਾਰਤ ਦਾ ਅੰਦੋਲਨ ਹੈ ਔਰ ਇਕੱਲੇ ਕਿਸਾਨਾਂ ਦਾ ਅੰਦੋਲਨ ਵੀ ਨਹੀਂ ਹੈ। ਇਹਦੇ ਵਿੱਚ ਹਰ ਤਰ੍ਹਾਂ ਦਾ ਜਿਹੜਾ ਵਰਗ ਹੈ, ਚਾਹੇ ਉਹ ਜਾਤ ਦੇ ਤੌਰ ਤੇ ਜਾਂ ਜਮਾਤ ਦੇ ਤੌਰ ਤੇ, ਉਹਦੇ ਨਾਲ ਜੁੜਿਆ ਹੋਇਆ ਹੈ। ਔਰ ਤੁਸੀਂ ਦੇਖੋਗੇ ਕਿ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਜਿਹੜੇ ਨੇ ਇਹਦੇ ਨਾਲ ਬਹੁਤ ਸੰਵੇਦਨਾ ਰੱਖਦੇ ਨੇ ਔਰ ਬਹੁਤ ਨੇੜਿਓਂ ਜੁੜੇ ਹੋਏ ਨੇ। ਕਹਿਣ ਦਾ ਮਤਲਬ ਹੈ ਕਿ ਮੋਦੀ ਸਰਕਾਰ ਨੂੰ ਇਹ ਗੱਲਾਂ ਸਮਝ ਲੈਣੀਆਂ ਚਾਹੀਦੀਆਂ ਨੇ, ਜਿਹੜੀਆਂ ਕਿ ਉਹ ਨਹੀਂ ਸਮਝ ਰਹੀ, ਜਾਣਬੁੱਝ ਕੇ ਇਹਨਾਂ ਨੂੰ ਲਟਕਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਔਰ ਇਸ ਵੇਲੇ ਅਡਾਨੀਆਂ ਬਾਨੀਆਂ ਦਾ ਇੰਨਾ ਪ੍ਰੈਸ਼ਰ ਹੈ ਕਿ ਉਹ ਇਹਨਾਂ ਤਿੰਨ ਕਾਲੇ ਕਾਨੂੰਨਾਂ ਨੂੰ ਜਿਹੜੀ ਹੈਗੀ ਆ ਬਿਲਕੁਲ ਰੱਦ ਕਰਨ ਲਈ ਤਿਆਰ ਨਹੀਂ ਹੋ ਰਹੀ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਉਹਨਾਂ ਨੂੰ ਕੰਧ ਦੇ ਉੱਤੇ ਲਿਖਿਆ ਪੜਿਆ ਜਾਣਾ ਚਾਹੀਦਾ ਹੈ। ਇਸ ਵੇਲੇ ਜੋ ਬੰਗਾਲ ਦੇ ਵਿੱਚ ਉਹਨਾਂ ਦਾ ਹਾਰ ਹੋਈ ਹੈ, ਜੋ ਆਉਣ ਵਾਲੇ ਸਮੇਂ ਦੇ ਵਿੱਚ ਯੂਪੀ ਦੇ ਵਿੱਚ ਉਹਨਾਂ ਨੂੰ ਹਾਰ ਹੋਣ ਵਾਲੀ ਹੈ, ਕਿਉਂਕਿ ਅਗਲੀਆਂ ਚੋਣਾਂ ਯੂਪੀ ਔਰ ਉੱਤਰਾਖੰਡ ਜਾਂ ਪੰਜਾਬ ਦੀਆਂ ਨੇ। ਪੰਜਾਬ ਦੇ ਵਿੱਚ ਜਿਵੇਂ ਸੁਪੜਾ ਸਾਫ਼ ਹੋਇਆ ਬੀਜੇਪੀ ਦਾ, ਆਪਾਂ ਨੂੰ ਵੀ ਪਤਾ ਹੈ। ਔਰ ਯੂਪੀ ਦੇ ਵਿੱਚ ਤੁਸੀਂ ਦੇਖੋਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਕਿ ਉੱਥੇ ਵੀ ਜਿਹੜਾ ਹੈਗਾ ਬਹੁਤ ਮਾਰ ਖਾਣੀ ਪਵੇ ਬੀਜੇਪੀ ਵਾਲਿਆਂ ਨੂੰ। ਉੱਤਰਾਖੰਡ ਦੇ ਵਿੱਚ ਵੀ ਜਿਹੜੇ ਹੈਗੇ ਉਹਨਾਂ ਦੀ ਸਰਕਾਰ ਜਾ ਸਕਦੀ ਹੈ। ਸੋ ਕਹਿਣ ਦਾ ਮਤਲਬ ਹੈ ਕਿ ਸਰਕਾਰ ਨੂੰ, ਬੀਜੇਪੀ ਸੈਂਟਰ ਸਰਕਾਰ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਇਹ ਅੰਦੋਲਨ ਸਿਰਫ ਕੁਝ ਲੋਕਾਂ ਦਾ ਅੰਦੋਲਨ ਨਹੀਂ ਹੈ, ਇੱਕ ਨੈਸ਼ਨਲ ਲੈਵਲ ਦਾ ਅੰਦੋਲਨ ਹੈ। ਇਹਨਾਂ ਨੂੰ ਸਮਝਿਆ ਜਾਏ। ਕਿਸਾਨਾਂ ਦੇ ਜਿਹੜੇ 3 ਕਾਲੇ ਕਾਨੂੰਨ ਨੇ ਔਰ ਨਵਾਂ ਇੱਕ ਜੋ ਮੰਗ ਕਰ ਰਹੇ ਨੇ ਨਵੇਂ ਚੌਥੇ ਕਾਨੂੰਨ ਦੀ, ਉਹਨੂੰ ਲਿਆਉਣ ਦੀ, ਜਿਹੜੀ ਐਮਐਸਪੀ ਵਾਲੇ ਨੂੰ ਉਹ ਲਿਆਂਦਾ ਜਾਏ। ਔਰ ਹੁਣ ਉਹਨਾਂ ਕੋਲ ਮੌਕਾ ਹੈ, ਜੇਕਰ ਉਹ ਇਸ ਪਾਰਲੀਮੈਂਟ ਸੈਸ਼ਨ ਦੇ ਵਿੱਚ ਇਹ ਗੱਲ ਕਰ ਲੈਂਦੀ ਹੈ, ਇਸ ਪ੍ਰੈਸ਼ਰ ਨੂੰ ਝੱਲ ਲੈਂਦੀ ਹੈ, ਤਾਂ ਲਾਜ਼ਮੀ ਤੌਰ ਤੇ ਉਹਨਾਂ ਨੂੰ ਫਾਇਦਾ ਹੋ ਸਕਦਾ ਹੈ ਅਗਲੀਆਂ ਚੋਣਾਂ ਦੇ ਵਿੱਚ। ਜੇਕਰ ਉਹ ਨਹੀਂ ਮੰਨਦੀ ਐ, ਅੱਜ ਵੀ ਉਹ ਪਾਰਲੀਮੈਂਟ, ਜਿਵੇਂ ਉਹਨਾਂ ਨੂੰ ਕਿਹਾ ਜਾ ਰਿਹਾ, ਉਹਨਾਂ ਨੂੰ ਬੋਲਣ ਨਹੀਂ ਦਿੱਤਾ ਜਾ ਰਿਹਾ। ਇਹ ਗੱਲ ਕੱਲੇ ਇਹ ਨਹੀਂ ਹੈ ਕਿ ਕੱਲੇ ਉੱਥੇ ਹੀ ਲੋਕ ਜਿਹੜੇ ਨੇ ਤੰਗ ਨੇ, ਐਮਪੀ ਤੰਗ ਨੇ। ਇਸ ਵੇਲੇ ਹਰ ਬੱਚਾ ਜਿਹੜਾ ਹੈਗਾ, ਬੱਚਾ ਦੇਸ਼ ਦਾ, ਉਹ ਮੰਗ ਕਰ ਰਿਹਾ ਹੈ ਕਿ ਇਹ 3 ਕਾਲੇ ਕਾਨੂੰਨ ਵਾਪਸ ਕਰੋ। ਔਰ ਜਿੰਨੀ ਛੇਤੀ ਕਰ ਲੈਣਗੇ ਉਨੀ ਛੇਤੀ ਚੰਗੇ ਰਹਿਣਗੇ। ਜਿੰਨੀ ਛੇਤੀ, ਆਪਾਂ ਪਹਿਲਾਂ ਵੀ ਗੱਲ ਕਹਿੰਦੇ ਰਹੇ ਹਾਂ ਕਿ ਜਿੰਨਾ ਇਹਨੂੰ ਲਟਕਾਇਆ ਜਾਏਗਾ ਇਸ ਸੰਘਰਸ਼ ਨੂੰ, ਔਰ ਇਹ 3 ਕਾਲੇ ਕਾਨੂੰਨ ਵਾਪਸ ਨਹੀਂ ਕੀਤੇ ਜਾਣਗੇ, ਉਹਦੇ ਨਾਲ ਉਨਾ ਹੀ ਨੁਕਸਾਨ ਜਿਹੜਾ ਹੈਗਾ ਬੀਜੇਪੀ ਦਾ ਸਟੇਟਾਂ ਦੇ ਵਿੱਚ ਵੀ ਹੋਏਗਾ ਔਰ ਨੈਸ਼ਨਲ ਲੈਵਲ ਤੇ ਵੀ ਹੋਏਗਾ। ਔਰ ਉਹਦੀ ਸ਼ੁਰੂਆਤ ਤੁਸੀਂ ਦੇਖੋਗੇ ਅੱਜ ਪਿਛਲਾ ਜਿਹੜਾ ਸੈਸ਼ਨ ਸੀਗਾ ਉਹਦੇ ਨਾਲੋਂ ਅੱਜ ਦਾ ਜਿਹੜਾ ਸੈਸ਼ਨ ਹੈ ਉਹਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ।
ਸੋ ਇਸ ਕਰਕੇ ਇਹ ਜਿਹੜੀ ਵਿਪ ਜਾਰੀ ਕੀਤੀ ਗਈ ਹੈ, ਉਹਦਾ ਇਹੀ ਅਸਰ ਹੈ, ਇਸ ਅੰਦੋਲਨ ਦਾ ਅਸਰ ਹੈ ਕਿ ਇਸ ਵੇਲੇ ਹਰ ਜਿਹੜਾ ਵਿਰੋਧੀ ਧਿਰ ਦਾ ਜਿਹੜੇ ਲੋਕ ਨੇ, ਵਿਰੋਧੀ ਧਿਰ ਦੇ ਜਿਹੜੇ MP ਨੇ, ਉਹੀ ਗੱਲ ਕਹਿ ਰਹੇ ਨੇ ਕਿ ਭਾਈ ਕਿਸਾਨਾਂ ਦਾ ਮਸਲਾ ਹੱਲ ਕਰੋ, ਕਿਸਾਨਾਂ ਨਾਲ ਜਿਹੜੀ ਤੁਹਾਡੀ ਲੜੀ ਦੀ ਜਿਹੜੀ ਗੱਲਬਾਤ ਹੈ ਉਹ ਟੁੱਟ ਚੁੱਕੀ ਜਿਹੜੀ ਹੈਗੀ ਹੈ, ਉਸ ਨੂੰ ਅੱਗੇ ਲੈ ਕੇ ਆਓ, ਉਹਨਾਂ ਨਾਲ ਬੈਠੋ, ਉਹਨਾਂ ਨਾਲ ਗੱਲ ਕਰੋ ਔਰ ਇਹ 3 ਕਾਲੇ ਕਾਨੂੰਨ ਵਾਪਸ ਲਓ ਔਰ ਨਵਾਂ MSP ਵਾਲਾ ਕਾਨੂੰਨ ਜਿਹੜਾ ਹੈਗਾ ਲੈ ਕੇ ਆਓ। ਸੋ ਮੇਰਾ ਕਹਿਣ ਦਾ ਮਤਲਬ ਇਹੀ ਹੈ ਕਿ ਇਸ ਵੇਲੇ ਪੂਰੇ ਹਿੰਦੁਸਤਾਨ ਦੇ ਜਿਹੜੇ ਲੋਕ ਨੇ, ਵਿਰੋਧੀ ਧਿਰਾਂ ਨੇ, ਉਹ ਮੰਗ ਕਰ ਰਹੀਆਂ ਨੇ ਮੋਦੀ ਸਰਕਾਰ ਤੋਂ ਕਿ ਤੁਸੀਂ ਇਹ ਗਲਤ ਲੈ ਕੇ ਆਏ ਹੋ ਕਾਨੂੰਨ ਔਰ ਇਹ ਕਾਨੂੰਨ ਤੁਹਾਨੂੰ ਵਾਪਸ ਲੈਣੇ ਚਾਹੀਦੇ ਨੇ। ਔਰ ਜਿੰਨੀ ਦੇਰ ਇਹ ਵਾਪਸ ਨਹੀਂ ਹੋਣਗੇ ਇਹ ਇਦਾਂ ਹੀ ਚੱਲਦਾ ਰਹੇਗਾ। ਇਹ ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਮੋਦੀ ਸਾਹਿਬ ਜਿਹੜੇ ਨੇ ਜਾਂ ਪੂਰੇ BJP ਨੂੰ ਕੋਈ ਮੌਕਾ ਦਿੱਤਾ ਜਾਏਗਾ ਬੋਲਣ ਦਾ। ਔਰ ਇਹਦੇ ਵਿੱਚ ਤੁਸੀਂ ਦੇਖੋਗੇ BJP ਨੂੰ ਮੂੰਹ ਦੀ ਖਾਣੀ ਪਏਗੀ ਔਰ ਮੋਦੀ ਦੀ ਜਿਹੜੀ ਪੁੱਠੀ ਗਿਣਤੀ ਹੈ, ਜਿਵੇਂ ਆਪਾਂ ਨੂੰ ਵੀ ਪਤਾ ਹੈ ਕਿ ਜਿਵੇਂ ਤੁਸੀਂ ਸ਼ੁਰੂ 'ਚ ਕਿਹਾ ਸੀਗਾ ਕਿ ਕੈਪਟਨ ਸਾਹਿਬ ਦੀ ਪੁੱਠੀ ਗਿਣਤੀ ਪੰਜਾਬ 'ਚ ਸ਼ੁਰੂ ਹੋ ਚੁੱਕੀ ਹੈ, ਇਸੇ ਤਰ੍ਹਾਂ ਨੈਸ਼ਨਲ ਲੈਵਲ ਦੇ ਉੱਤੇ ਤੁਸੀਂ ਦੇਖੋਗੇ ਕਿ ਮੋਦੀ ਸਰਕਾਰ ਦੀ ਜਾਂ ਮੋਦੀ ਸਾਹਿਬ ਦੀ ਪੁੱਠੀ ਗਿਣਤੀ ਵੀ ਸ਼ੁਰੂ ਹੋ ਚੁੱਕੀ ਹੈ। ਸੋ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਪ੍ਰੈਸ਼ਰ ਨੂੰ ਝੱਲਦੇ ਹੋਏ, ਇਸ ਪ੍ਰੈਸ਼ਰ ਨੂੰ ਮੰਨਦੇ ਹੋਏ ਮੋਦੀ ਸਰਕਾਰ ਦੀ ਸੁਰਤ ਜਿਹੜੀ ਹੈਗਾ ਟਿਕਾਣੇ ਆਏਗੀ ਔਰ ਉਹ ਮਜਬੂਰ ਹੋਣਗੇ ਇਹ 3 ਕਾਲੇ ਕਾਨੂੰਨ ਵਾਪਸ ਕਰਨ ਤੇ। ਉਮੀਦ ਇਹੀ ਲਗਾਈ ਜਾ ਸਕਦੀ ਹੈ। ਸੁਖਵਿੰਦਰ ਜੀ, ਬਿਲਕੁਲ ਬਿਲकुल ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ, ਧੰਨਵਾਦ। ਸੋ ਖਬਰਾਂ ਟੌਪ ਦੀਆਂ ਦੇ ਵਿੱਚ ਫਿਲਹਾਲ ਦੇ ਲਈ ਇੰਨਾ ਹੀ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ ਕਿ ਨਵਜੋਤ ਸਿੱਧੂ ਜਿਹੜੇ ਪੰਜਾਬ ਮਾਡਲ ਦੀ ਗੱਲ ਕਰ ਰਹੇ ਨੇ, ਉਹ ਮਾਡਲ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਲੋਕਾਂ ਦੇ ਵਿੱਚ ਕਿਸ ਤਰ੍ਹਾਂ ਦੀ ਚਰਚਾ, ਲੋਕ ਕੀ ਕਹਿੰਦੇ ਨੇ। ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ। ਲੋਕ ਰਾਣੀ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।